हाँ जी विद्यार्थियों, जमात 11वीं वालिਆਂ ਦਾ ਹੈਗਾ ਕੱਲ यानी कि 24 जनवरी ਨੂੰ ਕੰਪਿਊਟਰ ਦਾ ਪੇਪਰ ਤਾਂ ਫੁੱਲ ਸੋਲੂਸ਼ਨ ਲੈ ਕੇ ਆ ਚੁੱਕੇ ਹਾਂ। ਕੁਐਸਚਨ ਪੇਪਰ ਪ੍ਰੀ ਬੋਰਡ ਐਗਜ਼ਾਮ 2024 ਦਾ ਪੰਜਾਬੀ ਤੇ ਇੰਗਲਿਸ਼ ਮੀਡੀਅਮ ਦੋਨਾਂ ਦੇ ਵਿੱਚ। ਠੀਕ ਹੈ ਜੀ, ਤਾਂ ਦੇਖ ਲਓ ਇਹ ਜਿਹੜਾ ਤੁਹਾਡਾ ਪੇਪਰ ਆ ਕੰਪਿਊਟਰ ਦਾ ਪ੍ਰੀ ਬੋਰਡ ਦਾ, ਇਹ 50 ਨੰਬਰ ਦਾ ਪੇਪਰ ਆਏਗਾ। 2 ਘੰਟੇ ਦਾ ਤੁਹਾਨੂੰ ਸਮਾਂ ਮਿਲੇਗਾ। ਸਭ ਤੋਂ ਪਹਿਲਾਂ ਆਪਾਂ MCQ ਦੇਖ ਲੈਂਦੇ ਹਾਂ, ਇੱਕ ਮਾਰਕਸ ਦੇ ਪ੍ਰਸ਼ਨ ਨੇ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ ਕਿ ਅਸੀਂ ਇਸ ਤੇ ਨੌਕਰੀ ਲੱਭ ਸਕਦੇ ਹਾਂ। ਇੰਗਲਿਸ਼ ਦੇ ਵਿੱਚ ਵੀ ਕੈਨ ਲੋਕੇਟ ਅ ਜੌਬ ਔਨ, ਤਾਂ ਇਹਦਾ ਆਨਸਰ ਆ ਜਾਏਗਾ यानी कि उपरोक्त दोवे यानी कि बोथ ऑफ अबब यानी कि अखबार भी तो इंटरनेट भी। अगे है अपना प्रश्न दूसरा, IT एक्ट 2000 ਨੂੰ ਹੋਰ किस नाम ਨਾਲ ਜਾਣਿਆ ਜਾਂਦਾ है? IT एक्ट 2000 इज नोन बाय विच अनदर नेम, ਤਾਂ ਇਹਦਾ ਆਨਸਰ ਹੈਗਾ ITA 2000। ਠੀਕ ਹੈ ਜੀ, ਤਾਂ ਇਸੇ ਤੁਸੀਂ ਇਹ ਵਾਲਾ ਜਿਹੜਾ ਆਪਸ਼ਨ ਟਿਕ ਲਾ ਲੈਣਾ ਵਾ। ਅੱਗੇ ਆਪਣਾ ਤੀਸਰਾ ਪ੍ਰਸ਼ਨ ਕਿ ਡੈਸ਼ ਸਿਕਿਉਰਿਟੀ ਉਪਕਰਨ ਵਿੰਡੋਜ਼ ਦੇ ਨਵੀਨਤਮ ਵਰਜ਼ਨ ਵਿੱਚ ਬਣਿਆ ਗਿਆ ਹੈ ਅਤੇ ਸਾਡੇ ਕੰਪਿਊਟਰ ਨੂੰ ਜਿਹੜਾ ਹੈਗਾ ਵਾ ਵਾਇਰਸਾਂ ਅਤੇ ਹੋਰ ਮਾਲਵੇਅਰਾਂ ਤੋਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ। ਤਾਂ ਇਹਦਾ ਆਨਸਰ ਦੋਸਤੋ ਤੁਸੀਂ ਜਿਹੜਾ ਹੈਗਾ ਵਾ ਵਿੰਡੋ ਡਿਫੈਂਡਰ ਟਿਕ ਲਾਉਣਾ ਵਾ। ਤੇ ਇੰਗਲਿਸ਼ ਮੀਡੀਅਮ ਵਾਲੇ ਆਪਣਾ ਇੱਥੋਂ ਪੜ੍ਹ ਲੈਣ, ਇੱਥੋਂ ਤੋਂ ਲੈ ਕੇ ਇੱਥੇ ਤੱਕ। ਠੀਕ ਹੈ ਜੀ, ਤੇ ਤੁਹਾਡਾ ਆਨਸਰ ਵੀ ਵਿੰਡੋ ਡਿਫੈਂਡਰ ਹੀ ਹੈਗਾ ਵਾ। ਇੰਗਲਿਸ਼ ਮੀਡੀਅਮ ਵਾਲੇ ਆਪਣਾ ਪ੍ਰਸ਼ਨ ਹੁਣ ਇੱਥੇ ਖੁਦ ਹੀ ਪੜ੍ਹਨਗੇ, ਆਪਾਂ ਸਿਰਫ ਪੰਜਾਬੀ ਦੇ ਵਿੱਚ ਇੱਥੇ ਰੀਡ ਕਰਦੇ ਹਾਂ। ਤੇ ਚੌਥਾ ਪ੍ਰਸ਼ਨ ਦੇਖੋ ਕੀ ਹੈ ਕਿ ਕਿਹੜਾ ਟਰਾਂਸਲੇਟਰ ਹਾਈ ਲੈਵਲ ਭਾਸ਼ਾ ਵਿੱਚ ਲਿਖੇ ਸੋਰਸ ਕੋਡ ਨੂੰ ਟਰਾਂਸਲੇਟ ਕਰਦੇ ਸਮੇਂ ਆਬਜੈਕਟ ਕੋਡ ਵਿੱਚ ਸਟੋਰ ਨਹੀਂ ਕਰਦਾ। ਤੇ ਆਹ ਤੁਹਾਡਾ ਪ੍ਰਸ਼ਨ ਹੈ ਇੰਗਲਿਸ਼ ਮੀਡੀਅਮ ਵਾਲਿਆਂ ਦਾ। ਤੇ ਥੱਲੇ ਦੇਖੋ ਇਹਦਾ ਆਨਸਰ ਆ ਜਾਏਗਾ, ਕੀ ਆ ਜਾਏਗਾ? ਇੰਟਰਪ੍ਰੇਟਰ। ਠੀਕ ਹੈ ਜੀ, ਤਾਂ ਇੰਟਰਪ੍ਰੇਟਰ ਜਿਹੜਾ ਹੈਗਾ ਤੁਹਾਡਾ ਰਾਈਟ ਆਨਸਰ ਹੋ ਜਾਏਗਾ। ਅੱਗੇ ਆਪਣਾ ਹੇਠ ਲਿਖਿਆ ਵਿੱਚੋਂ ਕਿਹੜਾ ਕੀਵਰਡ ਡਾਟਾ ਟਾਈਪ ਨੂੰ ਨਹੀਂ ਦਰਸਾਉਂਦਾ ਹੈ? ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਆਪਣਾ ਕਨਸਟੈਂਟ। ਠੀਕ ਹੈ ਜੀ, ਕਨਸਟ ਇਹਦਾ ਆ ਜਾਏਗਾ ਕਨਸਟ। ਤਾਂ ਇਹ ਤੁਹਾਡਾ ਪ੍ਰਸ਼ਨ ਹੈ ਇੰਗਲਿਸ਼ ਮੀਡੀਅਮ ਵਾਲਿਆਂ ਦਾ ਵੀ। ਤੇ ਅੱਗੇ ਆਪਣਾ ਹੇਠ ਲਿਖਿਆ ਵਿੱਚੋਂ ਕਿਹੜਾ ਲੌਜੀਕਲ ਆਪਰੇਟਰ ਨਹੀਂ ਹੈ, ਯਾਨੀ ਕਿ ਵਿਚ ਆਫ ਦਾ ਫੋਲੋਇੰਗ ਇਜ਼ ਅ ਨਾਟ ਲੌਜੀਕਲ ਆਪਰੇਟਰ? ਤਾਂ ਇਹਦਾ ਆਨਸਰ ਆ ਜਾਏਗਾ ਦੋਸਤੋ ਆਪਣਾ ਇਕੁਐਲਿਟੀ। ਠੀਕ ਹੈ ਜੀ, ਆਹ ਵਾਲਾ ਜਿਹੜਾ ਹੈਗਾ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਕੁਐਸਚਨ ਦੂਸਰਾ ਵਾ ਤਾਂ ਫਿਲਿੰਗ ਦਾ ਬਲੈਂਕਸ ਨੇ ਤੁਹਾਡੀਆਂ। ਤਾਂ ਇਹਦੇ ਵਿੱਚ ਦੇਖੋ ਕੀ ਹੈ ਕਿ ਇਹ ਇੱਕ ਖੋਜ ਤੋਂ ਸਿੱਖਿਆ ਗਿਆ ਹੈ ਕਿ ਆਮ ਯੂਜ਼ਰ ਡੈਸ਼ ਪੈਟਰਨ ਯਾਨੀ ਕਿ ਦੋਸਤੋ F ਪੈਟਰਨ ਵਿੱਚ ਵੈਬ ਪੇਜਾਂ ਕੰਪਿਊਟਰ ਸਕਰੀਨਸ ਨੂੰ ਸਕੈਨ ਕਰਦੇ ਹਨ। ਇਸੇ ਤਰ੍ਹਾਂ ਦੋਸਤੋ ਇੰਗਲਿਸ਼ ਮੀਡੀਅਮ ਦਾ ਵੀ F ਆਨਸਰ ਆਏਗਾ ਇੱਥੇ। ਤੇ ਇੱਕ ਖੋਜ ਸ਼ਬਦ ਨੂੰ ਜਿਹੜਾ ਹੈਗਾ ਵਾ ਦੋਸਤੋ ਕੋਟੇਸ਼ਨ ਮਾਰਕ ਵਿੱਚ ਲਿਖਣਾ ਖੋਜ ਇੰਜਨ ਨੂੰ ਉਸ ਖਾਸ ਸ਼ਬਦ ਜਾਂ ਵਾਕੰਸ਼ ਨੂੰ ਖੋਜਣ ਲਈ ਕਹਿੰਦਾ ਹੈ। ਤਾਂ ਇੱਥੇ ਜਿਹੜਾ ਹੈਗਾ ਕੋਟੇਸ਼ਨ ਮਾਰਕ ਆਨਸਰ ਆਏਗਾ। ਅੱਗੇ ਹੈ ਇੰਗਲਿਸ਼ ਮੀਡੀਅਮ ਵਾਲੇ ਵੀ ਆਪਣਾ ਇੱਥੋਂ ਨੂੰ ਦੇਖ ਲੈਣ। ਠੀਕ ਹੈ ਜੀ, ਤੇ ਅੱਗੇ ਹੈ ਆਪਣਾ ਤੀਸਰਾ ਪ੍ਰਸ਼ਨ, ਐਂਟੀਵਾਇਰਸ ਸਾਫਟਵੇਅਰ ਸਾਡੇ ਕੰਪਿਊਟਰ ਨੂੰ ਜਿਹੜਾ ਹੈਗਾ ਵਾ ਦੋਸਤੋ ਵਾਇਰਸ ਤੋਂ ਸੁਰੱਖਿਆ ਜਿਹੜਾ ਹੈਗਾ ਵਾ ਸੁਰੱਖਿਅਤ ਕਰਦਾ ਹੈ। ਤਾਂ ਇੱਥੇ ਜਿਹੜਾ ਹੈਗਾ ਤੁਹਾਡਾ ਕੀ ਆਨਸਰ ਆ ਜਾਏਗਾ? ਵਾਇਰਸ। ਠੀਕ ਹੈ ਜੀ, ਇੰਗਲਿਸ਼ ਮੀਡੀਅਮ ਵਾਲੇ ਵੀ ਆਪਣਾ ਇੱਥੇ ਨੋਟ ਕਰ ਲੈਣ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਕਿ ਆਪਣਾ ਇੱਕ ਜੋ ਦੋਸਤੋ ਡਰਾਈਵਰ ਹੁੰਦਾ ਵਾ ਨਾ, ਉਹ ਇੱਕ ਸਾਫਟਵੇਅਰ ਹੈ ਜੋ ਕਿ ਉਪਕਰਨ ਸਾਡੇ ਕੰਪਿਊਟਰ ਨਾਲ ਕੰਮ ਕਰਨ ਲਈ ਜਿਹੜਾ ਹੈਗਾ ਵਾ ਵਰਤਦਾ ਹੈ। ਠੀਕ ਹੈ ਜੀ, ਜੋ ਇੱਕ ਉਪਕਰਨ ਸਾਡੇ ਕੰਪਿਊਟਰ ਨਾਲ ਕੰਮ ਕਰਨ ਲਈ ਵਰਤਦਾ ਹੈ, ਯਾਨੀ ਕਿ ਅ ਡਰਾਈਵਰ ਇਜ਼ ਅ ਸੌਫਟਵੇਅਰ ਦੈਟ ਅ ਡਿਵਾਈਸ ਯੂਜ਼ਡ ਟੂ ਵਰਕ ਵਿਦ ਯੂਅਰ PC यानी कि पर्सनल कंप्यूटर। अगे है दोस्तों अपना पंजवां प्रश्न की है, ਉਹ ਪ੍ਰੋਗਰਾਮ ਦੇ ਤੱਤ ਜੋ ਆਪਣਾ ਮੁੱਲ ਪ੍ਰੋਗਰਾਮ ਚੱਲਣ ਦੌਰਾਨ ਬਦਲਣ ਦੀ ਆਗਿਆ ਨਹੀਂ ਦਿੰਦੇ, ਉਹਨਾਂ ਨੂੰ ਜਿਹੜਾ ਹੈਗਾ ਦੋਸਤੋ ਕਨਸਟੈਂਟ ਕਿਹਾ ਜਾਂਦਾ ਹੈ। ਯਾਨੀ ਕਿ 10 ਪ੍ਰੋਗਰਾਮ ਐਲੀਮੈਂਟਸ ਵਿੱਚ ਡੂ ਨਾਟ ਅਲੋ ਚੇਂਜਿੰਗ देयर वैल्यू ड्यूरिंग एग्जीक्यूशन आर कॉल्ड कॉन्स्टेंट। ਅੱਗੇ ਹੈ ਦੋਸਤੋ ਆਪਣਾ ਡੈਸ਼ ਅਰਥਮੈਟਿਕ ਆਪਰੇਟਰ ਕੇਵਲ ਜਿਹੜਾ ਹੈਗਾ ਵਾ ਕੀ ਹੈ ਹਾਂਜੀ ਇੰਟੀਜ਼ਰ ਓਪਰੈਂਡਸ ਉੱਪਰ ਕੰਮ ਕਰਦਾ ਹੈ। ਠੀਕ ਹੈ ਜੀ, ਇੰਟੀਜ਼ਰ ਓਪਰੈਂਡਸ ਉੱਪਰ ਜਿਹੜਾ ਹੈਗਾ ਵਾ ਕੰਮ ਕਰਦਾ ਹੈ। ਤਾਂ ਉਹ ਕੀ ਹੈ ਆਪਣਾ ਦੋਸਤੋ ਮਾਡਲੂਸ ਪਰਸੈਂਟ। ਠੀਕ ਹੈ ਜੀ, ਇਸੇ ਤਰ੍ਹਾਂ ਦੋਸਤੋ ਮਾਡਲੂਸ ਪਰਸੈਂਟ ਜਿਹੜਾ ਹੈਗਾ ਵਾ ਤੁਹਾਡਾ ਇੰਗਲਿਸ਼ ਦੇ ਵਿੱਚ ਵੀ ਇੱਥੇ ਆ ਜਾਏਗਾ ਪ੍ਰਸ਼ਨ ਦਾ ਆਨਸਰ। ਅਗਲਾ ਦੇਖੋ ਦੋਸਤੋ ਕੁਐਸਚਨ ਨੰਬਰ 3 ਆ ਡੂ ਐਸ ਗਿਵਨ ਬਿਲੋ। ਤਾਂ ਦੇਖੋ W3C ਸ਼ਬਦ ਦਾ ਸੰਖੇਪ ਪੂਰਾ ਨਾਂ ਲਿਖੋ, ਯਾਨੀ ਕਿ ਦੋਸਤੋ ਇਹਦਾ ਆ ਜਾਏਗਾ ਵਰਲਡ ਵਾਈਡ ਜਿਹੜਾ ਹੈਗਾ ਦੋਸਤੋ ਆਪਣਾ ਕੰਸੋਰਟੀਅਮ। ਠੀਕ ਹੈ ਜੀ, ਤੇ ਇੰਗਲਿਸ਼ ਦੇ ਵਿੱਚ ਵੀ ਆਪਣਾ ਤੁਸੀਂ ਆਹ ਥੱਲੇ ਦੇਖ ਸਕਦੇ ਹੋ, ਆਹ ਪੰਜਾਬੀ ਦੇ ਵਿੱਚ ਆ ਤੇ ਉੱਪਰ ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਇਹਨਾਂ ਨੇ ਦੇ ਦਿੱਤਾ। ਦੇਖ ਲਓ। ਠੀਕ ਹੈ ਜੀ, ਰਾਈਟ ਦਾ ਫੁੱਲ ਫਾਰਮ ਆਫ W3C ਉੱਪਰ ਤੁਹਾਨੂੰ ਅਸੀਂ ਦੱਸ ਦਿੱਤਾ ਇਹਦਾ। ਅੱਗੇ ਦੋਸਤੋ ਆਪਣਾ CRT ਇਨ ਦਾ ਜਿਹੜਾ ਹੈਗਾ ਸੰਖੇਪ ਰੂਪ ਲਿਖੋ। ਤਾਂ ਦੋਸਤੋ ਇਹਦਾ ਆਏਗਾ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ। ਠੀਕ ਹੈ ਜੀ, ਇੰਗਲਿਸ਼ ਦੇ ਵਿੱਚ ਵੀ ਦੇਖ ਲਓ ਦੋਸਤੋ, ਆਹ ਤੁਹਾਡੇ ਇੱਥੇ ਲਿਖਿਆ ਹੋਇਆ। ਤੇ ਅੱਗੇ USB ਦਾ ਪੂਰਾ ਨਾਂ ਕੀ ਹੈ ਦੋਸਤੋ? ਯੂਨੀਵਰਸਲ ਸੀਰੀਅਲ ਬਸ। ਠੀਕ ਹੈ ਜੀ, यूनिवर्सल ਜਿਹੜਾ ਹੈਗਾ ਦੋਸਤੋ ਇੱਥੇ ਆਪਣਾ ਸੀਰੀਅਲ ਬਸ। व्हाट इज़ फुल फॉर्म ऑफ USB? यूनिवर्सल सीरियल बस। ਅੱਗੇ ਦੋਸਤੋ ਆਪਣਾ ਹਾਂਜੀ OOP ਦਾ ਪੂਰਾ ਨਾਂ ਕੀ ਹੈ? ਤਾਂ ਦੋਸਤੋ ऑब्जेक्ट ओरिएंटेड प्रोग्रामिंग। ठीक है जी, ऑब्जेक्ट ओरिएंटेड प्रोग्रामिंग। ਅੱਗੇ ਆਪਣਾ DBMS ਇੱਕ ਕੰਪਿਊਟਰਾਈਜ਼ਡ ਰਿਕਾਰਡ ਕੀਪਿੰਗ ਸਿਸਟਮ ਹੈ। ਸਹੀ ਜਾਂ ਗਲਤ? ਤਾਂ ਦੋਸਤੋ ਇਹ ਬਿਲਕੁਲ ਤੁਹਾਡਾ ਸਹੀ ਹੈ, ਯਾਨੀ ਕਿ ਇਹ ਟਰੂ ਹੈ। DBMS ਕੰਪਿਊਟਰਾਈਜ਼ਡ ਰਿਕਾਰਡ ਕੀਪਿੰਗ ਸਿਸਟਮ। ਅੱਗੇ ਹੈ ਆਪਣਾ ਵੱਖ-ਵੱਖ ਵਿਦਿਆਰਥੀਆਂ ਦੇ ਸੰਬੰਧਿਤ ਰਿਕਾਰਡ ਦੇ
ਇਕੱਠ ਨੂੰ ਜਿਹੜਾ ਹੈਗਾ ਡਾਟਾਬੇਸ ਮੰਨਿਆ ਜਾ ਸਕਦਾ ਹੈ। ਸਹੀ ਜਾਂ ਗਲਤ? ਇਹ ਤੁਹਾਡਾ ਬਿਲਕੁਲ ਜਿਹੜਾ ਹੈਗਾ ਵਾ ਸਹੀ ਹੈ, ਯਾਨੀ ਕਿ ਟਰੂ ਹੈ। ਕਲੈਕਸ਼ਨ ਆਫ ਰਿਲੇਟਡ ਰਿਕਾਰਡ ਆਫ ਨੰਬਰ ਆਫ ਡਿਫਰੈਂਟ ਸਟੂਡੈਂਟ ਕੈਨ ਬੀ ਟ੍ਰੀਟਡ ਐਜ਼ ਅ ਡਾਟਾਬੇਸ। ਅੱਗੇ ਹੈ ਦੋਸਤੋ ਪਾਰਟ ਬੀ ਆ। ਤਾਂ ਹੁਣ ਦੇਖੋ ਪਾਰਟ ਬੀ ਦੇ ਵਿੱਚ ਚੌਥਾ ਪ੍ਰਸ਼ਨ ਕੀ ਆਪਣਾ ਕਿ HTML ਦਾ ਜਿਹੜਾ ਹੈਗਾ ਮੁੱਢਲਾ ਸਟਰਕਚਰ ਲਿਖੋ। ਠੀਕ ਹੈ ਜੀ, ਰਾਈਟ ਦਾ ਬੇਸਿਕ ਸਟਰਕਚਰ ਆਫ HTML ਇਸ ਦਾ ਆਨਸਰ ਦੇਖਦੇ ਹਾਂ। ਤਾਂ ਦੇਖੋ ਦੋਸਤੋ ਆਨਸਰ ਕੀ ਇਹਦਾ HTML ਡਾਕੂਮੈਂਟ ਜਿਹੜਾ ਹੈਗਾ ਵਾ HTML ਟੈਗ ਤੋਂ ਸ਼ੁਰੂ ਅਤੇ HTML ਕਲੋਜ਼ ਟੈਗ ਨਾਲ ਜਿਹੜਾ ਹੈਗਾ ਖਤਮ ਕੀਤਾ ਜਾਂਦਾ ਹੈ। HTML ਡਾਕੂਮੈਂਟ ਦੀ ਬਣਤਰ ਨੂੰ ਮੁੱਖ ਤੌਰ ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਵੇਂ ਕਿ ਸਭ ਤੋਂ ਪਹਿਲਾਂ ਹੈਗਾ ਹੈਡ ਭਾਗ। ਤਾਂ ਇਹ ਜਿਹੜਾ ਹੈਗਾ ਭਾਗ ਹੈਡ ਟੈਗ ਨਾਲ ਸ਼ੁਰੂ ਅਤੇ ਜਿਹੜਾ ਹੈਗਾ ਕਲੋਜ਼ ਟੈਗ ਨਾਲ ਜਿਹੜਾ ਹੈਗਾ ਇਹ ਖਤਮ ਕੀਤਾ ਜਾਂਦਾ ਹੈ। ਇਸ ਭਾਗ ਵਿੱਚ HTML ਡਾਕੂਮੈਂਟ ਦੇ ਸਿਰਲੇਖ, ਟਾਈਟਲ ਅਤੇ ਜਿਹੜਾ ਮੈਟਾ ਡਾਟਾ ਬਾਰੇ ਜਾਣਕਾਰੀ ਹੁੰਦੀ ਹੈ। ਦੂਸਰਾ ਹੈਗਾ ਦੋਸਤੋ ਆਪਣਾ ਬੋਡੀ। ਤਾਂ ਬੋਡੀ ਭਾਗ ਦੋਸਤੋ ਇਹ ਭਾਗ ਬੋਡੀ ਟੈਗ ਨਾਲ ਜਿਹੜਾ ਹੈਗਾ ਸ਼ੁਰੂ ਅਤੇ ਕਲੋਜ਼ ਬੋਡੀ ਟੈਗ ਨਾਲ ਜਿਹੜਾ ਹੈਗਾ ਖਤਮ ਕੀਤਾ ਜਾਂਦਾ ਹੈ। ਇਸ ਟੈਗ ਵਿੱਚ ਉਹ ਸਾਰੀ ਜਾਣਕਾਰੀ ਸ਼ਾਮਿਲ ਹੈ ਜੋ ਵੈਬ ਪੇਜ ਤੇ ਪ੍ਰਦਰਸ਼ਿਤ ਕੀਤੀ ਜਾਂਦੀ ਹੈ। ਤੇ ਇਹੀ ਆਨਸਰ ਜਿਹੜਾ ਹੈਗਾ ਵਾ ਇੰਗਲਿਸ਼ ਮੀਡੀਅਮ ਵਾਲੇ ਆਪਣਾ ਇੱਥੋਂ ਨੋਟ ਕਰ ਲੈਣ। ਆਹ ਤੁਹਾਡਾ ਇੰਗਲਿਸ਼ ਮੀਡੀਅਮ ਦਾ ਆਨਸਰ ਹੈ, ਜੋ ਕਿ ਕੁਐਸਚਨ ਵੀ ਤੁਹਾਡਾ ਸੇਮ ਹੀ ਸੀਗਾ। ਠੀਕ ਹੈ ਜੀ, ਤਾਂ ਤੁਹਾਡਾ ਆਨਸਰ ਇਹ ਹੈਗਾ ਵਾ, ਤੁਸੀਂ ਇਸ ਨੂੰ ਰੀਡ ਕਰ ਲੈਣਾ ਵਾ। ਆਹ ਵਾਲੇ ਪ੍ਰਸ਼ਨ ਦਾ ਆਨਸਰ ਹੋ ਗਿਆ। ਅੱਗੇ ਦੋਸਤੋ ਆਪਣਾ CSS ਕਿਸ ਲਈ ਵਰਤੀ ਜਾਂਦੀ ਹੈ, ਯਾਨੀ ਕਿ ਵਟ CSS ਇਜ਼ ਯੂਜ਼ਡ ਫੋਰ। ਤੇ ਦੇਖੋ ਦੋਸਤੋ ਇਹਦਾ ਆਨਸਰ ਕੀ ਹੈ ਆ ਰਿਹਾ ਦੋਸਤੋ, ਜਿਹੜਾ ਹੈਗਾ ਵਾ CSS ਦਾ ਪੂਰਾ ਨਾਂ ਦੋਸਤੋ ਜਿਹੜਾ ਹੈਗਾ ਕਾਸਕੇਡਿੰਗ ਸਟਾਈਲ ਸ਼ੀਟ ਹੈ। ਠੀਕ ਹੈ ਜੀ, CSS ਦੀ ਵਰਤੋਂ ਨਾਲ ਜਿਹੜਾ ਹੈਗਾ ਵਾ ਵੈਬਸਾਈਟਸ ਅਤੇ ਜਿਹੜਾ ਹੈਗਾ ਵੈਬ ਪੇਜਾਂ ਦਾ ਡਿਜ਼ਾਈਨ ਬਹੁਤ ਹੀ ਸਧਾਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਸਧਾਰਨ ਸ਼ਬਦਾਂ ਵਿੱਚ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਵੈਬ ਪੇਜ ਨੂੰ ਜਿਹੜਾ ਹੈਗਾ ਡਿਜ਼ਾਈਨ ਕਰਨ ਵਾਲੇ ਭਾਸ਼ਾ ਹੈ, ਜੋ ਵੈਬ ਪੇਜ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਭਾਸ਼ਾ ਨੂੰ ਸਿੱਖਣਾ ਅਤੇ ਸਮਝਣਾ ਆਸਾਨ ਹੈ। ਇਹ ਭਾਸ਼ਾ ਆਮ ਤੌਰ ਤੇ HTML ਭਾਸ਼ਾ ਨਾਲ ਮਿਲ ਕੇ ਜਿਹੜੀ ਹੈਗੀ ਹੈ ਵੈਬਸਾਈਟਸ ਬਣਾਉਣ ਲਈ ਵਰਤੀ ਜਾਂਦੀ ਹੈ। ਠੀਕ ਹੈ ਜੀ, ਤਾਂ ਇਹ ਤੁਹਾਡਾ ਪ੍ਰਸ਼ਨ ਦਾ ਆਨਸਰ ਹੋ ਗਿਆ। ਤੇ ਇੰਗਲਿਸ਼ ਦੇ ਵਿੱਚ ਵੀ ਦਿੱਤਾ ਹੋਇਆ ਸੀਗਾ, ਤਾਂ ਇੰਗਲਿਸ਼ ਦੇ ਵਿੱਚ ਵੀ ਆਹੀ ਸੇਮ ਪ੍ਰਸ਼ਨ ਹੀ ਆ। ਤਾਂ ਇਹਦਾ ਆਨਸਰ ਦੋਸਤੋ ਆ ਰਿਹਾ, ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਇੰਗਲਿਸ਼ ਮੀਡੀਅਮ ਵਾਲਿਆਂ ਦਾ ਇਹ ਆਨਸਰ ਆ ਦੋਸਤੋ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਜੇ ਹੁਣ ਗੱਲ ਕਰੀਏ, ਹੁਣ ਪ੍ਰਸ਼ਨ ਹੈ ਆਪਣਾ ਵੈਬ ਬਰਾਊਜ਼ਰ ਨੂੰ ਪਰਿਭਾਸ਼ਿਤ ਕਰੋ, ਯਾਨੀ ਕਿ ਡਿਫਾਈਨ ਵੈਬ ਬਰਾਊਜ਼ਰ। ਤਾਂ ਦੇਖੋ ਦੋਸਤੋ ਡਿਫਾਈਨ ਵੈਬ ਬਰਾਊਜ਼ਰ ਤਾਂ ਆ ਰਿਹਾ ਦੋਸਤੋ ਤੁਹਾਡਾ ਡਿਫਾਈਨ ਵੈਬ ਬਰਾਊਜ਼ਰ ਆ ਰਿਹਾ। ਇੱਕ ਵੈਬ ਬਰਾਊਜ਼ਰ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਇਹ ਸਾਨੂੰ ਜਿਹੜਾ ਹੈਗਾ ਇੰਟਰਨੈਟ ਤੇ ਵੈਬਸਾਈਟਾਂ ਨੂੰ ਵੇਖਣ ਅਤੇ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ, ਜਿਵੇਂ ਕਿ ਦੋਸਤੋ ਇੰਟਰਨੈਟ ਐਕਸਪਲੋਰਰ। ਠੀਕ ਹੈ ਜੀ, ਤੇ ਇਹ ਗੂਗਲ ਕ੍ਰੋਮ ਆ ਰਿਹਾ, ਇਹ ਓਪੇਰਾ ਮਿਨੀ ਆ। ਠੀਕ ਹੈ ਜੀ, ਇਸੇ ਤਰ੍ਹਾਂ ਇਹ ਯੂਜ਼ਰ ਨੂੰ ਵੈਬ ਪੇਜ ਨੂੰ ਲੱਭਣ ਅਤੇ ਉਹਨਾਂ ਤੱਕ ਪਹੁੰਚਣ ਅਤੇ ਉਹਨਾਂ ਨੂੰ ਪ੍ਰਦਰਸ਼ਿਤ ਕਰਨ ਦੀ ਆਗਿਆ ਦਿੰਦਾ ਹੈ। ਯੂਜ਼ਰ ਵੈਬ ਬਰਾਊਜ਼ਰ ਦੇ ਐਡਰੈਸ ਬਾਰ ਵਿੱਚ ਸਿਰਫ ਵੈਬਸਾਈਟ ਦਾ URL ਯੂਨੀਫਾਰਮ ਰਿਸੋਰਸ ਲੋਕੇਟਰ ਲਿਖ ਕੇ ਉਸ ਸਾਈਟ ਨੂੰ ਆਸਾਨੀ ਨਾਲ ਵਰਤ ਸਕਦਾ ਹੈ। ਇੰਟਰਨੈਟ ਐਕਸਪਲੋਰਰ, ਗੂਗਲ ਕ੍ਰੋਮ, ਠੀਕ ਹੈ ਜੀ, ਤੇ ਫਾਇਰਫੌਕਸ, ਓਪੇਰਾ ਆਦਿ ਆਮ ਵਰਤੇ ਜਾਣ ਵਾਲੇ ਜਿਹੜੇ ਹੈਗੇ ਆ ਬਰਾਊਜ਼ਰਾਂ ਦੀਆਂ ਉਦਾਹਰਨਾਂ ਹਨ। ਤੇ ਉਸ ਤੋਂ ਬਾਅਦ ਦੋਸਤੋ ਆਹੀ ਪ੍ਰਸ਼ਨ ਜਿਹੜਾ ਹੈਗਾ ਵਾ ਇੰਗਲਿਸ਼ ਮੀਡੀਅਮ ਵਾਲਿਆਂ ਦਾ ਆਨਸਰ ਦੇਖ ਲਓ। ਆ ਤੁਹਾਡੇ ਇੰਗਲਿਸ਼ ਮੀਡੀਅਮ ਵਾਲਿਆਂ ਦਾ ਆਨਸਰ ਹੈਗਾ ਵਾ। ਠੀਕ ਹੈ ਜੀ, ਤਾਂ ਇਹ ਤੁਹਾਡਾ ਇੰਗਲਿਸ਼ ਮੀਡੀਅਮ ਦਾ ਵੀ ਹੋ ਗਿਆ। ਉਸ ਤੋਂ ਬਾਅਦ ਹੁਣ ਆਪਣਾ ਪ੍ਰਸ਼ਨ ਕੀ ਹੈ ਕਿ ਕੋਈ 5 ਇੰਟਰਨੈਟ ਸੁਰੱਖਿਆ ਖਤਰਿਆਂ ਦਾ ਨਾਮ ਲਿਖੋ। ਨੇਮ ਐਨੀ 5 ਇੰਟਰਨਲ ਸਿਕਿਉਰਿਟੀ ਥ੍ਰੈਟਸ। ਠੀਕ ਹੈ ਜੀ, ਤਾਂ ਦੇਖੋ ਆਨਸਰ ਇਹਦਾ ਕੀ ਹੈ ਦੋਸਤੋ। ਸਭ ਤੋਂ ਪਹਿਲਾ ਹੈ ਆਪਣਾ ਇੰਟਰਨੈਟ ਸੁਰੱਖਿਆ ਖਤਰਿਆਂ ਦਾ ਇਹ ਨਾਂ ਹੇਠ ਦਿੱਤੇ ਗਏ ਹਨ। ਸਭ ਤੋਂ ਪਹਿਲਾਂ ਹੈ ਦੋਸਤੋ ਆਪਣਾ ਜਿਹੜਾ ਹੈਗਾ ਵਾ ਹੈਕਰਸ, ਦੂਸਰਾ ਹੈਗਾ ਵਾਇਰਸ, ਤੀਸਰਾ ਹੈਗਾ ਦੋਸਤੋ ਸਪਾਈਵੇਅਰ, ਚੌਥਾ ਹੈਗਾ ਦੋਸਤੋ ਆਪਣਾ ਵਰਮਸ, ਪੰਜਵਾਂ ਹੈਗਾ ਦੋਸਤੋ ਆਪਣਾ ਫਿਸ਼ਿੰਗ, ਤੇ ਛੇਵਾਂ ਹੈਗਾ ਦੋਸਤੋ ਆਪਣਾ ਸਪੈਮਿੰਗ। ਤੇ ਹਾਂ ਇੰਗਲਿਸ਼ ਦੇ ਵਿੱਚ ਵੀ ਨਾਲ ਹੀ ਨਾਲ ਲਿਖਿਆ ਹੋਇਆ ਸੀਗਾ, ਤੇ ਅਲੱਗ ਤੋਂ ਵੀ ਦੇਖ ਲਓ ਦੋਸਤੋ। ਆਹ ਤੁਹਾਡਾ ਹੈਗਾ ਵਾ ਆਨਸਰ ਇੰਗਲਿਸ਼ ਮੀਡੀਅਮ ਵਾਲਿਆਂ ਦਾ, ਆਹ ਤੁਹਾਡਾ ਆਨਸਰ ਹੋ ਗਿਆ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਜੇ ਹੁਣ ਗੱਲ ਕਰੀਏ, ਹੁਣ ਆਪਣਾ ਪ੍ਰਸ਼ਨ ਕੀ ਹੈ ਕਿ ਬਈ DBMS ਵਰਕਿੰਗ ਬਾਰੇ ਦੱਸੋ। ਠੀਕ ਹੈ ਜੀ, ਯਾਨੀ ਕਿ ਡਿਫਾਈਨ ਅਬਾਊਟ DBMS ਵਰਕਿੰਗ। ਤਾਂ ਸਭ ਤੋਂ ਪਹਿਲਾਂ ਦੋਸਤੋ ਇਹਦਾ ਆਨਸਰ ਦੇਖੋ ਆ ਰਿਹਾ। DBMS ਦਾ ਪੂਰਾ ਨਾਮ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ। ਇਹ ਅਸਲ ਵਿੱਚ ਦੋਸਤੋ ਇੱਕ ਕੰਪਿਊਟਰਾਈਜ਼ਡ ਰਿਕਾਰਡ ਰੱਖਣ ਵਾਲਾ ਸਿਸਟਮ ਹੁੰਦਾ ਹੈ। ਇੱਕ DBMS ਡਾਟਾ ਨੂੰ ਇਸ ਤਰੀਕੇ ਨਾਲ ਸਟੋਰ ਕਰਦਾ ਹੈ ਜਿਸ ਨਾਲ ਜਾਣਕਾਰੀ ਪ੍ਰਾਪਤ ਕਰਨਾ, ਡਾਟਾ ਵਿੱਚ ਤਬਦੀਲੀ ਕਰਨਾ ਤੇ ਸੂਚਨਾ ਤਿਆਰ ਕਰਨਾ ਸੌਖਾ ਹੈ। ਠੀਕ ਹੈ ਜੀ, ਸੌਖਾ ਹੋਵੇ। ਇੱਕ DBMS ਦੇ ਕਈ ਵੱਖਰੇ ਯੂਜ਼ਰਸ ਹੁੰਦੇ ਹਨ ਅਤੇ ਇਹਨਾਂ ਯੂਜ਼ਰਾਂ ਦੇ ਡਾਟਾਬੇਸ ਉੱਪਰ ਕੰਮ ਕਰਨ ਦੇ ਅਧਿਕਾਰ ਵੀ ਵੱਖਰੇ ਹੋ ਸਕਦੇ ਹਨ। ਇਹਨਾਂ ਵੱਖ-ਵੱਖ ਯੂਜ਼ਰ ਡਾਟਾਬੇਸ ਨੂੰ ਵੱਖ-ਵੱਖ ਉਦੇਸ਼ਾਂ ਲਈ ਵਰਤਦੇ ਹਨ। ਉਦਾਹਰਨ ਲਈ ਦੋਸਤੋ ਕੁਝ ਯੂਜ਼ਰ ਡਾਟਾ ਪ੍ਰਾਪਤ ਕਰਦੇ ਹਨ ਅਤੇ ਕੁਝ ਇਸ ਦਾ ਜਿਹੜਾ ਹੈਗਾ ਬੈਕਅਪ ਲੈਂਦੇ ਹਨ। ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ। ਤੇ ਉਸ ਤੋਂ ਬਾਅਦ ਇਹਦਾ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਇੰਗਲਿਸ਼ ਮੀਡੀਅਮ ਵਾਲੇ ਵਿਦਿਆਰਥੀ ਵੀ ਆਪਣਾ ਦੇਖ ਲੈਣ। ਆਹ ਤੁਹਾਡਾ ਜਿਹੜਾ ਹੈਗਾ ਦੋਸਤੋ ਆਨਸਰ ਹੈਗਾ ਵਾ। ਠੀਕ ਹੈ ਜੀ, ਤਾਂ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਤਾਂ ਇਹ ਤੁਹਾਡਾ
ਤੁਹਾਡਾ ਜਿਹੜਾ ਹੈਗਾ ਇੰਗਲਿਸ਼ ਮੀਡੀਅਮ ਦਾ ਆਨਸਰ ਇੱਥੇ ਹੋ ਗਿਆ। ਉਸ ਤੋਂ ਬਾਅਦ ਹੈ ਆਪਣਾ ਦੋਸਤੋ ਕੀਵਰਡਸ ਕੀ ਹੁੰਦੇ ਹਨ, ਵਾਟ ਆਰ ਕੀਵਰਡਸ। ਤਾਂ ਦੇਖੋ ਦੋਸਤੋ ਕੀਵਰਡਸ ਕੀ ਹੁੰਦੇ ਹਨ, ਤਾਂ ਦੇਖੋ ਦੋਸਤੋ ਕੀਵਰਡਸ ਨੂੰ ਜਿਹੜਾ ਹੈਗਾ ਵਾ ਰਿਜ਼ਰਵ ਵਰਡਸ ਵੀ ਕਿਹਾ ਜਾਂਦਾ ਹੈ। ਇਹ ਜਿਹੜਾ ਹੈਗਾ ਵਾ ਸ਼ਬਦ ਦੀ ਭਾਸ਼ਾ ਦੇ ਕੰਪਾਈਲਰ ਵਿੱਚ ਜਿਹੜਾ ਹੈਗਾ ਵਾ ਪਹਿਲਾਂ ਤੋਂ ਹੀ ਪਰਿਭਾਸ਼ਿਤ ਹੁੰਦੇ ਹਨ। ਇਹਨਾਂ ਸ਼ਬਦਾਂ ਦਾ ਅਰਥ ਹੈ ਪਹਿਲਾਂ ਤੋਂ ਹੀ ਪਰਿਭਾਸ਼ਿਤ ਕੀਤਾ ਗਿਆ ਹੁੰਦਾ ਹੈ। ਇਹਨਾਂ ਦੀ ਵਰਤੋਂ ਉਹਨਾਂ ਵਿਸ਼ੇਸ਼ ਉਦੇਸ਼ਾਂ ਲਈ ਕੀਤੀ ਜਾਂਦੀ ਹੈ ਜਿਸ ਮੰਤਵ ਲਈ ਉਹਨਾਂ ਨੂੰ ਪਰਿਭਾਸ਼ਿਤ ਕੀਤਾ ਗਿਆ ਸੀ। ਅਸੀਂ ਇਹਨਾਂ ਦੇ ਅਰਥ ਨਹੀਂ ਬਦਲ ਸਕਦੇ। ਟਰਬੋ ਸੀ ਵਿੱਚ ਇਹਨਾਂ ਸ਼ਬਦਾਂ ਨੂੰ ਚਿੱਟੇ ਰੰਗ ਵਿੱਚ ਦਿਖਾਇਆ ਜਾਂਦਾ ਹੈ, ਜਦੋਂ ਕਿ ਦੋਸਤੋ ਕੋਡ ਬਲੌਕਸ ਵਿੱਚ ਇਹ ਜਿਹੜੇ ਹੈਗੇ ਸ਼ਬਦ ਨੀਲੇ ਰੰਗ ਵਿੱਚ ਦਰਸਾਏ ਜਾਂਦੇ ਹਨ। ਸਟੈਂਡਰਡ ਸੀ ਭਾਸ਼ਾ ਵਿੱਚ 32 ਕੀਵਰਡਸ ਹੁੰਦੇ ਹਨ। ਉਦਾਹਰਨ ਲਈ ਦੋਸਤੋ ਜਿਹੜਾ ਹੈਗਾ ਵਾ ਡਾਟ ਆਪਣਾ ਹਾਂਜੀ ਇੰਟ, ਫਲੋਟ, ਵੋਇਡ, ਇਫ, ਐਲਸ, ਫੋਰ, ਵਾਈਲ ਆਦਿ ਸੀ ਪ੍ਰੋਗਰਾਮ ਵਿੱਚ ਸਾਰੇ ਕੀਵਰਡਸ ਅੰਗਰੇਜ਼ੀ ਦੇ ਸਿਰਫ ਛੋਟੇ ਅੱਖਰਾਂ ਵਿੱਚ ਹੀ ਲਿਖੇ ਜਾਂਦੇ ਹਨ। ਤੇ ਇਹ ਆਨਸਰ ਜਿਹੜਾ ਹੈਗਾ ਦੋਸਤੋ ਤੁਹਾਡਾ ਹੋ ਗਿਆ। ਇਸ ਤੋਂ ਬਾਅਦ ਆਹੀ ਆਨਸਰ ਜਿਹੜਾ ਹੈਗਾ ਵਾ ਆਪਣਾ ਜਿਹੜੇ ਹੈਗੇ ਦੋਸਤੋ ਆਪਣੇ ਇੰਗਲਿਸ਼ ਮੀਡੀਅਮ ਵਾਲੇ ਸਟੂਡੈਂਟਸ ਇਸ ਨੂੰ ਦੇਖ ਲੈਣ। ਆਹ ਤੁਹਾਡਾ ਜਿਹੜਾ ਹੈਗਾ ਵਾ ਪ੍ਰਸ਼ਨ ਸੀਗਾ ਨਾ, ਵਾਟ ਆਰ ਕੀਵਰਡਸ, ਜਿਹੜਾ ਹਜੇ ਉੱਪਰ ਕੀਤਾ ਪੰਜਾਬੀ ਦੇ ਵਿੱਚ, ਉਹਦਾ ਇਹ ਆਨਸਰ ਹੈਗਾ ਵਾ। ਤਾਂ ਇਹ ਤੁਹਾਡਾ ਹੋ ਗਿਆ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਕੀ ਹੈ ਕਿ ਆਪਣਾ ਟਾਈਪ ਹਾਂਜੀ ਟਾਈਪ ਕਨਵਰਜ਼ਨ ਕੀ ਹੁੰਦੀ ਹੈ, ਵਾਟ ਆਰ ਟਾਈਪ ਕਨਵਰਜ਼ਨ। ਤਾਂ ਇਹਦਾ ਆਨਸਰ ਦੇਖੋ ਕੀ ਹੈ ਕਿ ਸੀ ਭਾਸ਼ਾ ਵਿੱਚ ਜ਼ਰੂਰਤ ਅਨੁਸਾਰ ਕਿਸੇ ਜਿਹੜਾ ਹੈਗਾ ਵਾ ਐਕਸਪਲੇਨੇਸ਼ਨ ਦਾ ਮੁੱਲ ਇਹ ਜਿਹੜਾ ਹੈਗਾ ਵਾ ਕਿਸੇ ਖਾਸ ਵੱਖਰੀ ਕਿਸਮ ਦੀ ਡਾਟਾ ਟਾਈਪ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜਦੋਂ ਕਿਸੇ ਇੱਕ ਕਿਸਮ ਦੇ ਮੁੱਲ ਨੂੰ ਜਿਹੜਾ ਹੈਗਾ ਵਾ ਕਿਸੇ ਦੂਸਰੀ ਕਿਸਮ ਦੇ ਮੁੱਲ ਵਿੱਚ ਤਬਦੀਲ ਕੀਤਾ ਜਾਂਦਾ ਹੈ ਤਾਂ ਇਸ ਨੂੰ ਟਾਈਪ ਕਨਵਰਜ਼ਨ ਕਿਹਾ ਜਾਂਦਾ ਹੈ। ਸੀ ਭਾਸ਼ਾ ਵਿੱਚ ਇਹ ਕਨਵਰਜ਼ਨ ਦੋ ਤਰੀਕੇ ਨਾਲ ਹੋ ਸਕਦੀ ਹੈ, ਪ੍ਰਤੱਖ ਰੂਪਾਂਤਰਣ, ਠੀਕ ਹੈ ਜੀ, ਤੇ ਸਪਸ਼ਟ ਰੂਪਾਂਤਰਣ। ਤੇ ਇਹੀ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਵਾ ਇੰਗਲਿਸ਼ ਮੀਡੀਅਮ ਵਾਲੇ ਆਪਣਾ ਪ੍ਰਸ਼ਨ ਦਾ ਆਨਸਰ ਦੇਖ ਲੈਣ। ਇਹ ਤੁਹਾਡਾ ਇੰਗਲਿਸ਼ ਮੀਡੀਅਮ ਦਾ ਆਨਸਰ ਹੈ ਦੋਸਤੋ। ਉਸ ਤੋਂ ਬਾਅਦ ਦੇ ਦੋਸਤੋ ਹੁਣ ਗੱਲ ਕਰੀਏ ਤੁਹਾਡਾ ਪਾਰਟ ਸੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਡਾ ਪੇਪਰ ਖਤਮ ਹੋ ਜਾਏਗਾ, ਠੀਕ ਹੈ ਜੀ। ਪਾਰਟ ਸੀ ਦਾ ਜਿਹੜਾ ਹੈਗਾ ਵਾ ਪਹਿਲਾ ਪ੍ਰਸ਼ਨ 9ਵਾਂ ਪ੍ਰਸ਼ਨ ਇਹਦੇ ਵਿੱਚ ਮਾਲਵੇਅਰ ਤੋਂ ਕੀ ਭਾਵ ਹੈ, ਮਾਲਵੇਅਰ ਦੀਆਂ 5 ਕਿਸਮਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਵਿਆਖਿਆ ਕਰੋ। ਤਾਂ ਦੇਖੋ ਆਨਸਰ ਇਹਦਾ ਕੀ ਹੈ, ਮਾਲਵੇਅਰ ਦੋਸਤੋ। ਮਾਲਵੇਅਰ ਅੰਗਰੇਜ਼ੀ ਦੇ ਦੋ ਸ਼ਬਦਾਂ ਯਾਨੀ ਕਿ ਮਾਲ ਅਤੇ ਵੇਅਰ ਤੋਂ ਬਣਿਆ ਹੈ। ਮਾਲ ਸ਼ਬਦ ਮਾਲ ਸ਼ਬਦ ਜਿਹੜਾ ਹੈਗਾ ਦੋਸਤੋ ਆਪਣਾ ਮਲਸ਼ੀਸ਼ੀਅਸ ਸ਼ਬਦ ਤੋਂ ਬਣਿਆ ਹੈ ਅਤੇ ਵੇਅਰ ਸ਼ਬਦ ਦੋਸਤੋ ਸੌਫਟਵੇਅਰ ਤੋਂ ਲਿਆ ਗਿਆ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਸੌਫਟਵੇਅਰਾਂ ਦੇ ਸਮੂਹ ਨੂੰ ਜਿਹੜਾ ਹੈਗਾ ਮਾਲਵੇਅਰ ਕਿਹਾ ਜਾਂਦਾ ਹੈ, ਠੀਕ ਹੈ ਜੀ, ਜੋ ਕਿਸੇ ਨਾ ਕਿਸੇ ਰੂਪ ਵਿੱਚ ਕੰਪਿਊਟਰ ਆਧਾਰਿਤ ਸਿਸਟਮਾਂ ਨੂੰ ਜਿਹੜਾ ਹੈਗਾ ਵਾ ਦੂਸ਼ਿਤ ਕਰਨ ਜਾਂ ਫਿਰ ਨੁਕਸਾਨ ਪਹੁੰਚਾਉਣ ਲਈ ਬਣਾਏ ਜਾਂਦੇ ਹਨ। ਕੰਪਿਊਟਰ ਵਾਇਰਸ ਮਾਲਵੇਅਰ ਦੀ ਇੱਕ ਜਿਹੜੀ ਹੈਗੀ ਸਧਾਰਨ ਉਦਾਹਰਣ ਹੈ। ਮਾਲਵੇਅਰ ਦੀਆਂ ਕੁਝ ਮੁੱਖ ਕਿਸਮਾਂ ਦੀਆਂ ਵਿਆਖਿਆ ਇਸ ਪ੍ਰਕਾਰ ਹੈ। ਸਭ ਤੋਂ ਪਹਿਲਾਂ ਹੈ ਆਪਣਾ ਕੰਪਿਊਟਰ ਵਾਇਰਸ। ਤਾਂ ਇਹ ਅਜਿਹੇ ਮਾਲਵੇਅਰ ਹਨ ਅਜਿਹੇ ਮਾਲਵੇਅਰ ਸੌਫਟਵੇਅਰ ਹੁੰਦੇ ਹਨ ਜੋ ਕੰਪਿਊਟਰ ਵਿੱਚ ਆ ਕੇ ਜਿਹੜਾ ਹੈਗਾ ਸਾਡੇ ਡਾਟਾ ਅਤੇ ਕੰਪਿਊਟਰ ਦੀ ਕਾਰਜ ਪ੍ਰਣਾਲੀ ਨੂੰ ਦੂਸ਼ਿਤ ਕਰਦੇ ਹਨ। ਸਪਾਈਵੇਅਰ ਇਹ ਅਜਿਹੇ ਮਾਲਵੇਅਰ ਸੌਫਟਵੇਅਰ ਹੁੰਦੇ ਹਨ ਜੋ ਬਿਨਾਂ ਆਗਿਆ ਕਿਸੇ ਕੰਪਿਊਟਰ ਵਿੱਚ ਦਾਖਲ ਹੋ ਕੇ ਉਸ ਦੀ ਗੁਪਤ ਸੂਚਨਾ ਜਾਂ ਡਾਟਾ ਇੰਟਰਨੈਟ ਰਾਹੀਂ ਸਾਈਬਰ ਅਪਰਾਧੀਆਂ ਕੋਲ ਭੇਜੀ ਜਾਂਦੀ ਹਨ। ਇਸ ਤਰ੍ਹਾਂ ਇਹ ਸੌਫਟਵੇਅਰ ਇੱਕ ਜਾਸੂਸ ਦੀ ਤਰ੍ਹਾਂ ਕੰਮ ਕਰਦੇ ਹਨ। ਤੇ ਅੱਗੇ ਹੈ ਦੋਸਤੋ ਆਪਣਾ ਰੈਂਸਮਵੇਅਰ। ਤਾਂ ਇੱਕ ਅਜਿਹੇ ਮਾਲਵੇਅਰ ਸੌਫਟਵੇਅਰ ਹੁੰਦੇ ਹਨ ਜੋ ਸਮੁੱਚੇ ਕੰਪਿਊਟਰ ਸਿਸਟਮ ਜਾਂ ਫਿਰ ਕਿਸੇ ਜ਼ਰੂਰੀ ਦਸਤਾਵੇਜ਼ ਨੂੰ ਲੌਕ ਕਰ ਦਿੰਦੇ ਹਨ। ਫਿਰ ਜਿਹੜਾ ਹੈਗਾ ਸਾਈਬਰ ਅਪਰਾਧੀਆਂ ਵੱਲੋਂ ਜਿਹੜਾ ਹੈਗਾ ਵਾ ਕੰਪਿਊਟਰ ਦਸਤਾਵੇਜ਼ ਨੂੰ ਜਿਹੜਾ ਹੈਗਾ ਅਨਲੌਕ ਕਰਨ ਦੇ ਬਦਲੇ ਪੈਸਿਆਂ ਦੀ ਫਿਰੌਤੀ ਮੰਗੀ ਜਾਂਦੀ ਹੈ। ਤੇ ਅੱਗੇ ਹੈ ਆਪਣਾ ਟਰੋਜਨ ਹੋਰਸ। ਤਾਂ ਇਹ ਅਜਿਹੇ ਮਾਲਵੇਅਰ ਸੌਫਟਵੇਅਰ ਹੁੰਦੇ ਹਨ ਜੋ ਸ਼ੁਰੂ ਵਿੱਚ ਕੰਪਿਊਟਰ ਯੂਜ਼ਰ ਨਾਲ ਮਿੱਤਰਤਾ ਵਾਲਾ ਵਰਤਾਓ ਕਰਦੇ ਹਨ ਅਤੇ ਬਾਅਦ ਵਿੱਚ ਕੰਪਿਊਟਰ ਦਾ ਜਿਹੜਾ ਕੰਟਰੋਲ ਅਸਲ ਯੂਜ਼ਰ ਤੋਂ ਖੋ ਕੇ ਸਾਈਬਰ ਅਪਰਾਧੀਆਂ ਦੇ ਹੱਥ ਵਿੱਚ ਦੇ ਦਿੰਦੇ ਹਨ। ਤੇ ਅੱਗੇ ਹੈ ਆਪਣਾ ਬਰਾਊਜ਼ਰ ਹੈਕਿੰਗ। ਤਾਂ ਇਹ ਅਜਿਹੇ ਮਾਲਵੇਅਰ ਸੌਫਟਵੇਅਰ ਹੁੰਦੇ ਹਨ ਜੋ ਯੂਜ਼ਰ ਦੇ ਵੈਬ ਬਰਾਊਜ਼ਰ ਨੂੰ ਹੈਕ ਕਰਨ ਕੇ ਉਸਦੇ ਜਿਹੜੇ ਹੈਗਾ ਵੈਬ ਬਰਾਊਜ਼ਰ ਦੀਆਂ ਸੈਟਿੰਗਾਂ ਨੂੰ ਬਦਲ ਦਿੰਦੇ ਹਨ ਅਤੇ ਜਿਹੜਾ ਹੈਗਾ ਉਸ ਬਰਾਊਜ਼ਰ ਤੇ ਕੁਝ ਸਾਈਟਾਂ ਆਪਣੇ ਆਪ ਖੁੱਲਣ ਲਾ ਦਿੰਦੇ ਹਨ। ਤਾਂ ਇਹ ਆਨਸਰ ਹੋ ਗਿਆ। ਉਸ ਤੋਂ ਬਾਅਦ ਦੋਸਤੋ ਆਹੀ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਇੰਗਲਿਸ਼ ਮੀਡੀਅਮ ਵਾਲੇ ਆਪਣੇ ਆਨਸਰ ਨੋਟ ਕਰ ਲੈਣ। ਵਾਟ ਇਜ਼ ਮਾਲਵੇਅਰ, ਡਿਸਕ੍ਰਾਈਬ 5 ਟਾਈਪਸ ਆਫ ਮਾਲਵੇਅਰ। ਤੁਹਾਡਾ ਵੀ ਇਹੀ ਸੇਮ ਪ੍ਰਸ਼ਨ ਹੈਗਾ ਵਾ, ਠੀਕ ਹੈ ਜੀ। ਤਾਂ ਤੁਸੀਂ ਇਸ ਨੂੰ ਨੋਟ ਕਰ ਲਿਆ ਹੋਣਾ। ਤੇ ਉਸ ਤੋਂ ਬਾਅਦ ਹੁਣ ਆਪਣਾ ਪ੍ਰਸ਼ਨ ਕੀ ਹੈ ਕਿ ਸਾਈਬਰ ਹਮਲੇ ਕੀ ਹੁੰਦੇ ਹਨ। 5 ਤਰ੍ਹਾਂ ਦੇ ਸਾਈਬਰ ਹਮਲਿਆਂ ਦਾ ਵਰਣਨ ਕਰੋ। ਵਾਟ ਆਰ ਸਾਈਬਰ ਅਟੈਕਸ, ਡਿਸਕ੍ਰਾਈਬ 5 ਟਾਈਪਸ ਆਫ ਸਾਈਬਰ ਅਟੈਕਸ। ਤਾਂ ਦੇਖੋ ਆਨਸਰ ਕੀ ਹੈ ਦੋਸਤੋ, ਸਾਈਬਰ ਹਮਲਿਆਂ ਦੀ ਮਾਰ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਇਹਨਾਂ ਵੱਖ-ਵੱਖ ਤਕਨੀਕਾਂ ਨੂੰ ਹੀ ਸਮੂਹਿਕ ਤੌਰ ਤੇ ਸਾਈਬਰ ਸੁਰੱਖਿਆ ਦਾ ਨਾਮ ਦਿੱਤਾ ਜਾਂਦਾ ਹੈ। ਕੁਝ ਮੁੱਖ ਸਾਈਬਰ ਸੁਰੱਖਿਆ ਤਕਨੀਕਾਂ ਦਾ ਵਰਣਨ ਇਸ ਪ੍ਰਕਾਰ ਹੈ। ਸਭ ਤੋਂ ਪਹਿਲਾਂ ਹੈਗਾ ਦੋਸਤੋ ਆਪਣਾ ਆਥੈਂਟੀਕੇਸ਼ਨ ਯਾਨੀ ਕਿ ਪ੍ਰਮਾਣੀਕਰਨ ਪੰਜਾਬੀ ਦੇ ਵਿੱਚ। ਤਾਂ ਇੱਕ ਅਜਿਹੀ ਸਾਈਬਰ ਸੁਰੱਖਿਆ ਤਕਨੀਕ ਹੈ ਜਿਸ ਵਿੱਚ ਕੰਪਿਊਟਰ ਯੂਜ਼ਰ ਨੂੰ ਨਿਰਧਾਰਿਤ ਕਰਦਾ ਹੈ ਕਿ ਉਸਦੇ ਕੰਪਿਊਟਰ ਸਿਸਟਮ ਨੂੰ ਵਰਤ ਸਕਦਾ ਹੈ। ਕੀ ਲਿਖਿਆ ਦੋਸਤੋ, ਇੱਥੇ ਦੁਬਾਰਾ ਪੜ੍ਹੋ ਕਿ ਜਿਸ ਵਿੱਚ ਕੰਪਿਊਟਰ ਯੂਜ਼ਰ ਇਹ ਨਿਰਧਾਰਿਤ ਕਰਦਾ ਹੈ ਕਿ ਕੌਣ ਉਸਦੇ ਕੰਪਿਊਟਰ ਸਿਸਟਮ ਨੂੰ ਜਿਹੜਾ ਹੈਗਾ ਦੋਸਤੋ ਵਰਤ ਸਕਦਾ ਹੈ, ਠੀਕ ਹੈ ਜੀ, ਅਤੇ ਕੌਣ ਨਹੀਂ। ਅੱਗੇ ਸਟਰੋਂਗ ਪਾਸਵਰਡ। ਤਾਂ ਇਹ ਇੱਕ ਅਜਿਹੀ ਸਾਈਬਰ ਸੁਰੱਖਿਆ ਤਕਨੀਕ ਹੈ ਜਿਸ ਵਿੱਚ ਜਿਹੜਾ ਹੈਗਾ ਕਿਸੇ ਸਿਸਟਮ
ਹਾਂਜੀ, ਜਿਸ ਵਿੱਚ ਕਿਸੇ ਸਿਸਟਮ ਦੀ ਜਿਹੜੀ ਹੈਗੀ ਆ ਸਿਸਟਮ ਦੀ ਵਰਤੋਂ ਲਈ ਇੱਕ ਜਿਹੜਾ ਹੈਗਾ ਦੋਸਤੋ ਕੀ ਹੈ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਦੀ ਵਰਤੋਂ ਕੀਤੀ ਜਾਂਦੀ ਹੈ। ਪਾਸਵਰਡ ਗੁੰਝਲਦਾਰ ਅਤੇ ਸਖਤ ਹੋਣਾ ਚਾਹੀਦਾ ਹੈ ਤਾਂ ਕਿ ਦੋਸਤੋ ਹੈਕਰਸ ਲਈ ਉਸ ਨੂੰ ਤੋੜਨਾ ਜਾਂ ਫਿਰ ਚੋਰੀ ਕਰਨਾ ਜਿਹੜਾ ਹੈਗਾ ਔਖਾ ਹੋਵੇ। ਇਨਕ੍ਰਿਪਸ਼ਨ ਇਹ ਇੱਕ ਅਜਿਹੀ ਸਾਈਬਰ ਜਿਹੜੀ ਹੈਗੀ ਸੁਰੱਖਿਆ ਤਕਨੀਕ ਹੈ ਜਿਸ ਵਿੱਚ ਸਾਡੇ ਵੱਲੋਂ ਨੈਟਵਰਕ ਉੱਪਰ ਭੇਜਿਆ ਜਾਣ ਵਾਲਾ ਜਿਹੜਾ ਹੈਗਾ ਡਾਟਾ ਨਾ ਸਮਝ ਆਉਣ ਵਾਲੇ ਵਿਸ਼ੇਸ਼ ਚਿੰਨ੍ਹਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਕਿ ਡਾਟਾ ਜੋ ਹੈ ਟਰਾਂਸਮਿਸ਼ਨ ਦੌਰਾਨ ਉਸ ਨੂੰ ਕੋਈ ਪੜ ਨਾ ਸਕੇ। ਠੀਕ ਹੈ ਜੀ। ਤੇ ਅੱਗੇ ਆਪਣਾ ਐਂਟੀਵਾਇਰਸ ਤਾਂ ਇੱਕ ਅਜਿਹਾ ਸੌਫਟਵੇਅਰ ਹੈ ਜੋ ਸਾਡੇ ਕੰਪਿਊਟਰ ਨੂੰ ਕਿਸੇ ਵੀ ਤਰ੍ਹਾਂ ਦੇ ਵਾਇਰਸ ਤੋਂ ਸੁਰੱਖਿਅਤ ਰੱਖਦਾ ਹੈ। ਇਸ ਨੂੰ ਜਿਹੜਾ ਹੈਗਾ ਦੋਸਤੋ ਐਂਟੀ ਮਾਲਵੇਅਰ ਵੀ ਕਿਹਾ ਜਾਂਦਾ ਹੈ। ਇਹ ਸੌਫਟਵੇਅਰ ਸਾਡੇ ਕੰਪਿਊਟਰ ਵਿੱਚ ਵਾਇਰਸ ਨੂੰ ਜਾਂ ਤਾਂ ਆਉਣ ਨਹੀਂ ਦਿੰਦਾ ਹੈ, ਜੇਕਰ ਆ ਵੀ ਜਾਂਦਾ ਹੈ ਤਾਂ ਕੰਪਿਊਟਰ ਨੂੰ ਸਕੈਨ ਕਰਕੇ ਜਿਹੜਾ ਹੈ ਕੰਪਿਊਟਰ ਨੂੰ ਸਕੈਨ ਕਰਕੇ ਵਾਇਰਸ ਨੂੰ ਖਤਮ ਕਰ ਦਿੰਦੇ ਹਨ। AVG, ਅਵੀਰਾ, ਨੋਟਨ ਆਦਿ ਕੁਝ ਮਸ਼ਹੂਰ ਐਂਟੀਵਾਇਰਸ ਹਨ। ਅੱਗੇ ਆਪਣਾ ਫਾਇਰਬਾਲ ਤਾਂ ਦੋਸਤੋ ਇਹ ਅਜਿਹੀ ਇੱਕ ਸਾਈਬਰ ਸੁਰੱਖਿਆ ਤਕਨੀਕ ਹੈ ਜੋ ਕੰਪਿਊਟਰ ਅਤੇ ਜਿਹੜਾ ਹੈਗਾ ਕੰਪਿਊਟਰ ਨੈਟਵਰਕ ਨੂੰ ਵਾਇਰਸ ਜਾਂ ਫਿਰ ਜਿਹੜਾ ਹੈਗਾ ਹੋਰ ਕਿਸੇ ਕਿਸਮ ਦੇ ਸਾਈਬਰ ਹਮਲਿਆਂ ਤੋਂ ਸੁਰੱਖਿਅਤ ਜੋ ਹੈ ਕਰਦੀ ਹੈ। ਇਹ ਇੱਕ ਜਿਹੜਾ ਹੈਗਾ ਮਜ਼ਬੂਤ ਦੀਵਾਰ ਬਣਾ ਕੇ ਸਾਡੇ ਕੰਪਿਊਟਰ ਨੂੰ ਹਰ ਤਰ੍ਹਾਂ ਦੇ ਮਾਲਵੇਅਰ ਤੋਂ ਬਚਾਉਂਦੀ ਹੈ। ਕਿਸੇ ਵੀ ਜੋ ਹੈ ਅਣਅਧਿਕਾਰਿਤ ਵਿਅਕਤੀ ਨੂੰ ਸਾਡੇ ਕੰਪਿਊਟਰ ਨੂੰ ਐਕਸੈਸ ਕਰਨ ਦੀ ਜਿਹੜੀ ਹੈਗੀ ਇਹ ਆਗਿਆ ਨਹੀਂ ਦਿੰਦੀ। ਆਹੀ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਇੰਗਲਿਸ਼ ਮੀਡੀਅਮ ਦੇ ਵਿੱਚ ਦੇਖ ਲਓ। ਆ ਤੁਹਾਡਾ ਇੰਗਲਿਸ਼ ਮੀਡੀਅਮ ਦਾ ਜਿਹੜਾ ਹੈਗਾ ਆਨਸਰ ਹੈ ਸਾਈਬਰ ਸਿਕਿਉਰਿਟੀ ਬਾਰੇ ਜਿਹੜਾ ਪ੍ਰਸ਼ਨ ਸੀਗਾ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਦੇਖੋ ਕੀ ਹੈ ਕਿ ਭਾਸ਼ਾ ਟਰਾਂਸਲੇਟਰ ਕੀ ਹੁੰਦੇ ਹਨ। ਕਿਸੇ ਇੱਕ ਟਰਾਂਸਲੇਟਰ ਦੀ ਵਿਆਖਿਆ ਕਰੋ। ਵਾਟ ਆਰ ਲੈਂਗੁਏਜ ਟਰਾਂਸਲੇਟਰ, ਐਕਸਪਲੇਨ ਐਨੀ ਵਨ ਟਰਾਂਸਲੇਟਰ ਇਨ ਡਿਟੇਲ। ਤਾਂ ਦੇਖੋ ਦੋਸਤੋ ਕੀ ਹੈ ਭਾਸ਼ਾ ਟਰਾਂਸਲੇਟਰ ਨੂੰ ਭਾਸ਼ਾ ਪ੍ਰੋਸੈਸਰ ਵੀ ਕਿਹਾ ਜਾਂਦਾ ਹੈ। ਇਹ ਸਿਸਟਮ ਪ੍ਰੋਗਰਾਮ ਹੁੰਦੇ ਹਨ। ਭਾਸ਼ਾ ਟਰਾਂਸਲੇਟਰ ਨੂੰ ਤਿਆਰ ਕਰਨ ਦਾ ਜਿਹੜਾ ਹੈਗਾ ਮਕਸਦ ਦੋ ਮੁੱਖ ਕੰਮਾਂ ਨੂੰ ਕਰਾਉਣਾ ਹੈ। ਪਹਿਲਾ ਸੋਰਸ ਪ੍ਰੋਗਰਾਮਾਂ ਨੂੰ ਆਬਜੈਕਟ ਕੋਡ ਵਿੱਚ ਟਰਾਂਸਲੇਟ ਕਰਨਾ ਅਤੇ ਦੂਸਰਾ ਸੋਰਸ ਪ੍ਰੋਗਰਾਮ ਵਿੱਚ ਜਿਹੜੇ ਹੈਗੇ ਸਿੰਟੈਕਸ ਗਲਤੀਆਂ ਦਾ ਜਿਹੜਾ ਹੈਗਾ ਪਤਾ ਲਗਾਉਣਾ। ਹਰੇਕ ਭਾਸ਼ਾ ਦਾ ਜਿਹੜਾ ਆਪਣਾ ਟਰਾਂਸਲੇਟਰ ਪ੍ਰੋਗਰਾਮ ਹੁੰਦਾ ਹੈ ਜੋ ਸਿਰਫ ਉਸ ਖਾਸ ਭਾਸ਼ਾ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਹੀ ਟਰਾਂਸਲੇਟ ਕਰ ਸਕਦਾ ਹੈ। ਅਸੈਂਬਲਰ, ਕੰਪਾਈਲਰ ਅਤੇ ਇੰਟਰਪ੍ਰੇਟਰ ਭਾਸ਼ਾ ਟਰਾਂਸਲੇਟਰ ਦੀਆਂ ਉਦਾਹਰਨਾਂ ਹਨ। ਅਸੈਂਬਲਰ ਇਹ ਇੱਕ ਅਜਿਹਾ ਭਾਸ਼ਾ ਟਰਾਂਸਲੇਟਰ ਹੈ ਜੋ ਕਿ ਅਸੈਂਬਲੀ ਭਾਸ਼ਾ ਵਿੱਚ ਲਿਖੇ ਜਿਹੜੇ ਹੈਗੇ ਆ ਪ੍ਰੋਗਰਾਮਾਂ ਨੂੰ ਮਸ਼ੀਨ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਅਸੈਂਬਲੀ ਭਾਸ਼ਾ ਵਿੱਚ ਲਿਖੇ ਗਏ ਪ੍ਰੋਗਰਾਮਾਂ ਨੂੰ ਸੋਰਸ ਪ੍ਰੋਗਰਾਮ ਕਿਹਾ ਜਾਂਦਾ ਹੈ। ਇਸ ਸੋਰਸ ਪ੍ਰੋਗਰਾਮ ਨੂੰ ਕੰਪਿਊਟਰ ਸਿੱਧੇ ਤੌਰ ਤੇ ਨਹੀਂ ਸਮਝ ਸਕਦਾ ਹੈ, ਇਸ ਲਈ ਇਸ ਨੂੰ ਜਿਹੜਾ ਹੈਗਾ ਮਸ਼ੀਨ ਦੇ ਸਮਝਣਯੋਗ ਫਾਰਮੈਟ ਵਿੱਚ ਟਰਾਂਸਲੇਟ ਕਰਨਾ ਜ਼ਰੂਰੀ ਹੈ। ਇਹ ਅਸੈਂਬਲਰ ਹੀ ਹੈ ਜੋ ਅਸੈਂਬਲੀ ਭਾਸ਼ਾ ਦੇ ਸੋਰਸ ਪ੍ਰੋਗਰਾਮ ਨੂੰ ਮਸ਼ੀਨ ਦੇ ਸਮਝਣਯੋਗ ਪ੍ਰੋਗਰਾਮ ਵਿੱਚ ਤਬਦੀਲ ਕਰਦਾ ਹੈ। ਟਰਾਂਸਲੇਸ਼ਨ ਤੋਂ ਬਾਅਦ ਬਣੇ ਕੋਡ ਨੂੰ ਆਬਜੈਕਟ ਪ੍ਰੋਗਰਾਮ ਕਿਹਾ ਜਾਂਦਾ ਹੈ, ਜਿਸ ਦੀ ਵਰਤੋਂ ਕਰਦੇ ਹੋਏ ਪ੍ਰੋਸੈਸਰ ਪ੍ਰੋਗਰਾਮ ਨੂੰ ਚਲਾਉਣਯੋਗ ਬਣਾਉਂਦਾ ਹੈ। ਜਿਵੇਂ ਕਿ ਦੇਖ ਲਓ ਦੋਸਤੋ ਸੋਰਸ ਪ੍ਰੋਗਰਾਮ, ਠੀਕ ਹੈ ਜੀ, ਤੇ ਇਨਪੁਟ, ਫਿਰ ਭਾਸ਼ਾ ਟਰਾਂਸਲੇਟ, ਫਿਰ ਆਊਟਪੁੱਟ, ਫਿਰ ਆਬਜੈਕਟ ਪ੍ਰੋਗਰਾਮ। ਆ ਤੁਹਾਡਾ ਦਿੱਤਾ ਹੋਇਆ ਵਾ ਦੋਸਤੋ ਅਸੈਂਬਲੀ, ਹਾਂਜੀ ਅਸੈਂਬਲੀ ਭਾਸ਼ਾ ਵਿੱਚ ਪ੍ਰੋਗਰਾਮ, ਫਿਰ ਅਸੈਂਬਲਰ, ਫਿਰ ਮਸ਼ੀਨ ਦੇ ਸਮਝਣਯੋਗ ਜਿਹੜਾ ਹੈਗਾ ਵਾ ਪ੍ਰੋਗਰਾਮ। ਠੀਕ ਹੈ ਦੋਸਤੋ, ਆ ਤੁਸੀਂ ਡਾਇਗਰਾਮ ਵੀ ਇਸ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ। ਆਹੀ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਇੰਗਲਿਸ਼ ਮੀਡੀਅਮ ਵਾਲੇ ਆਪਣੇ ਵਿਦਿਆਰਥੀ ਨੋਟ ਕਰ ਲੈਣ। ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੈਗਾ ਵਾਟ ਆਰ ਲੈਂਗੁਏਜ ਟਰਾਂਸਲੇਟਰ, ਐਕਸਪਲੇਨ ਐਨੀ ਵਨ ਟਰਾਂਸਲੇਟਰ ਇਨ ਡਿਟੇਲ। ਉਸ ਤੋਂ ਬਾਅਦ ਦੇਖੋ ਆਪਣਾ ਪ੍ਰਸ਼ਨ ਕੀ ਹੈ ਕਿ ਕੰਪਿਊਟਰ ਪ੍ਰੋਗਰਾਮਾਂ ਵਿੱਚ ਵੱਖ-ਵੱਖ ਕਿਸਮਾਂ ਦੀਆਂ ਗਲਤੀਆਂ ਦਾ ਵਰਣਨ ਕਰੋ। ਐਕਸਪਲੇਨ ਡਿਫਰੈਂਟ ਟਾਈਪਸ ਆਫ ਐਰਰ ਫਾਊਂਡ ਇਨ ਕੰਪਿਊਟਰ ਪ੍ਰੋਗਰਾਮ। ਤਾਂ ਦੇਖੋ ਆਨਸਰ ਕੀ ਇਹਦਾ ਕੰਪਿਊਟਰ ਪ੍ਰੋਗਰਾਮ, ਠੀਕ ਹੈ ਜੀ, ਆਹੀ ਹੈਗਾ ਆਪਣਾ। ਆਮ ਤੌਰ ਤੇ ਦੋਸਤੋ ਪ੍ਰੋਗਰਾਮਾਂ ਵਿੱਚ ਦੋ ਕਿਸਮਾਂ ਦੀਆਂ ਗਲਤੀਆਂ ਮਿਲਦੀਆਂ ਹਨ। ਸਭ ਤੋਂ ਪਹਿਲਾਂ ਹੈਗਾ ਦੋਸਤੋ ਆਪਣਾ ਸਿੰਟੈਕਸ ਗਲਤੀਆਂ। ਤਾਂ ਇਹ ਗਲਤੀਆਂ ਜਿਹੜੀ ਹੈਗੀਆਂ ਨੇ ਪ੍ਰੋਗਰਾਮ ਬਣਾਉਂਦੇ ਸਮੇਂ ਉਦੋਂ ਹੁੰਦੀਆਂ ਹਨ ਜਦੋਂ ਅਸੀਂ ਪ੍ਰੋਗਰਾਮਿੰਗ ਭਾਸ਼ਾ ਦੇ ਨਿਯਮਾਂ ਜਾਂ ਫਿਰ ਸਿੰਟੈਕਸ ਦੀ ਪਾਲਣਾ ਨਹੀਂ ਕਰਦੇ। ਕੰਪਾਈਲਰਾਂ ਦੁਆਰਾ ਜਿਹੜਾ ਹੈਗਾ ਵਾ ਕੀ ਹੈ ਦੋਸਤੋ ਆਪਣਾ, ਹਾਂਜੀ ਕੰਪਾਈਲੇਸ਼ਨ ਪ੍ਰਕਿਰਿਆ ਦੌਰਾਨ ਇਸ ਕਿਸਮ ਦੀਆਂ ਗਲਤੀਆਂ ਆਪਣੇ ਆਪ ਲੱਭੀਆਂ ਜਾਂਦੀਆਂ ਹਨ। ਹਾਂਜੀ ਇੱਕ ਪ੍ਰੋਗਰਾਮ ਨੂੰ ਸਫਲਤਾਪੂਰਵਕ ਉਸੇ ਸਮੇਂ ਤੱਕ ਕੰਪਾਈਲ ਨਹੀਂ ਕੀਤਾ ਜਾ ਸਕਦਾ ਹੈ ਜਦੋਂ ਤੱਕ ਕਿ ਪ੍ਰੋਗਰਾਮ ਵਿਚਲੀਆਂ ਸਾਰੀਆਂ ਹੀ ਸਿੰਟੈਕਸ ਗਲਤੀਆਂ ਨੂੰ ਠੀਕ ਨਹੀਂ ਕਰ ਦਿੱਤਾ ਜਾਂਦਾ। ਸੀ ਭਾਸ਼ਾ ਵਿੱਚ ਸਿੰਟੈਕਸ ਗਲਤੀਆਂ ਦੀਆਂ ਕੁਝ ਉਦਾਹਰਨਾਂ ਜਿਵੇਂ ਕਿ ਹਨ ਸੈਮੀਕੋਲਨ ਨਾ ਲਗਾਉਣਾ, ਵੇਰੀਏਬਲ ਡਿਕਲੇਰੇਸ਼ਨ ਕਰਨਾ ਭੁੱਲ ਜਾਣਾ ਆਦਿ। ਅੱਗੇ ਹੈ ਦੋਸਤੋ ਆਪਣਾ ਲੌਜੀਕਲ ਗਲਤੀਆਂ ਯਾਨੀ ਕਿ ਲੌਜੀਕਲ ਐਰਰਸ। ਤਾਂ ਇਹ ਗਲਤੀਆਂ ਉਦੋਂ ਹੁੰਦੀਆਂ ਹਨ ਜਦੋਂ ਪ੍ਰੋਗਰਾਮ ਦੇ ਲੌਜਿਕ ਵਿੱਚ ਗਲਤੀਆਂ ਹੋਣ। ਜੇਕਰ ਸਾਡੇ ਜਿਹੜੇ ਹੈਗੇ ਪ੍ਰੋਗਰਾਮ ਵਿੱਚ ਲੌਜੀਕਲ ਗਲਤੀਆਂ ਹੋਣ ਤਾਂ ਇਹ ਸਫਲਤਾਪੂਰਵਕ ਕੰਪਾਈਲ ਤਾਂ ਹੋ ਜਾਵੇਗਾ, ਪਰ ਇਹ ਗਲਤ ਨਤੀਜੇ ਆਊਟਪੁੱਟ ਪੈਦਾ ਕਰੇਗਾ। ਕੰਪਾਈਲਰ ਦੁਆਰਾ ਜਿਹੜਾ ਅਜਿਹੀਆਂ ਗਲਤੀਆਂ ਲੱਭੀਆਂ ਨਹੀਂ ਜਾ ਸਕਦੀਆਂ ਹਨ। ਇਹ ਜਿਹੜਾ ਹੈਗਾ ਦੋਸਤੋ ਕੀ ਹੈ ਡਿਬੰਗਿੰਗ ਟੂਲਸ ਦੀ ਮਦਦ ਨਾਲ ਆਸਾਨੀ ਨਾਲ ਲੱਭੀਆਂ ਜਾ ਸਕਦੀਆਂ ਹਨ। ਤੇ ਇਹੀ ਤੁਹਾਡਾ ਪ੍ਰਸ਼ਨ ਦਾ ਆਨਸਰ ਹੋ ਗਿਆ। ਆਹੀ ਪ੍ਰਸ਼ਨ ਦਾ ਆਨਸਰ ਇੰਗਲਿਸ਼ ਮੀਡੀਅਮ ਵਾਲੇ ਆਪਣਾ ਇਸ ਨੂੰ ਨੋਟ ਕਰ ਲੈਣ। ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੈਗਾ ਵਾ। ਇਸ ਤੋਂ ਬਾਅਦ ਦੇਖ ਲਓ ਕੁਝ ਵੀ ਨਹੀਂ ਬਚਿਆ ਵਾ, ਸਾਰਾ ਦਾ ਸਾਰਾ ਪੇਪਰ ਅਸੀਂ ਸੋਲਵ ਕਰ ਲਿਆ ਜੋ
ਕਿਉਂਕਿ 11th ਕਲਾਸ ਦਾ ਇੱਕ ਇਹ ਕੰਪਿਊਟਰ ਦਾ ਪੇਪਰ ਸੀਗਾ। ਦੇਖ ਲਓ ਦੋਸਤੋ, ਕੁਝ ਵੀ ਹੁਣ ਥੱਲੇ ਨਹੀਂ ਬਚਿਆ। ਇੱਥੇ ਆਪਣਾ ਇਹ ਪ੍ਰਸ਼ਨ ਪੱਤਰ ਪੂਰਾ ਹੀ ਸੋਲਵ ਹੋ ਗਿਆ। ਠੀਕ ਹੈ ਜੀ, ਆਹ ਸੀਗਾ ਦੋਸਤੋ ਕਲਾਸ 11th ਦਾ ਕੰਪਿਊਟਰ ਦਾ ਇੱਕ ਪ੍ਰੀ ਬੋਰਡ ਦਾ ਪੇਪਰ ਸੀਗਾ। ਸਾਡੇ ਕੋਲ ਪੂਰਾ ਦਾ ਪੂਰਾ ਹੱਲ ਕਰਕੇ ਤੁਹਾਡੇ ਸਾਹਮਣੇ ਹਾਜ਼ਰ ਕਰ ਦਿੱਤਾ ਹੈ। ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ। ਓਕੇ ਦੋਸਤੋ, ਚਲੋ ਠੀਕ ਹੈ ਜੀ, ਆਲ ਦਾ ਬੈਸਟ।